ਅਸੀਂ ਸਭ ਜਦੋਂ ਖੁਦਾਵੰਦ ਦੀ ਹਜ਼ੂਰੀ 'ਚ ਜੁੜੇ ਹੋਏ ਹਾਂ, ਇੱਕ ਵਾਰੀ ਅਸੀਂ ਆਪਣੀ ਬਾਈਬਲ ਨੂੰ ਓਪਨ ਕਰਾਂਗੇ। ਇਹ ਗੱਲ ਨੂੰ ਅਸੀਂ ਪੜ੍ਹਾਂਗੇ, ਰੋਮੀਓ 8:26 ਪੜ੍ਹਾਂਗੇ। ਰੋਮੀਓ 8ਵਾਂ ਅਧਿਆਇ 26 ਵਚਨ ਹੈ। ਖੁਦਾ ਨੇ ਇਸ ਵਚਨ ਨੂੰ ਕਿਸੇ ਅਲੱਗ ਰੀਤੀ ਨਾਲ ਦੱਸਿਆ ਹੈ। ਜਿੰਨੀ ਵਾਰੀ ਵੀ ਬਚਨ ਪੜ੍ਹੋ, ਉਹ ਬਚਨ ਜਿਹੜਾ ਖੁੱਲ੍ਹਦਾ ਕਈ ਵਾਰੀ ਵਿਸ਼ਾ ਉਹੀ ਹੁੰਦਾ ਹੈ, ਆਇਤ ਉਹੀ ਹੁੰਦੀ ਹੈ, ਪਰ ਖੁਦਾ ਕੋਈ ਹੋਰ ਗੱਲ ਖੋਲ੍ਹ ਦਿੰਦਾ ਹੈ। ਔਰ ਇਹ ਜਿਹੜੀ ਗੱਲ ਆ, ਇਹਨੂੰ ਅਸੀਂ ਪੜ੍ਹਾਂਗੇ ਰੋਮੀਆਂ ਦੀ ਕਿਤਾਬ 8 ਅਧਿਆਇ 26 ਵਚਨ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੰਤਾਂ ਲਈ ਸਿਫਾਰਿਸ਼ ਕਰਦਾ ਹੈ। ਆਮੀਨ। ਇਹ ਵਚਨ ਜਦੋਂ ਅਸੀਂ ਰੋਮੀਓ 8:26-27 ਪੜ੍ਹਿਆ ਹੈ, ਇਹ ਵਚਨ ਬੜਾ ਸੱਚਾ, ਬੜਾ ਵੱਡਾ, ਬੜਾ ਹਿਤਕਾਰੀ ਹੈ। ਦੁਰਬਲਤਾਈ, ਆਤਮਾ ਸਾਡੀ ਸਹਾਇਤਾ ਕਰਦਾ। ਕਦੋਂ ਸਹਾਇਤਾ ਕਰਦਾ? ਜਦੋਂ ਅਸੀਂ ਦੁਰਬਲ ਹੁੰਦੇ ਹਾਂ, ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ। ਕਦੋਂ ਸਹਾਇਤਾ ਕਰਦਾ ਆਤਮਾ ਕਦੋਂ ਸਹਾਇਤਾ ਕਰਦਾ ਸਾਡੀ? ਪਵਿੱਤਰ ਆਤਮਾ ਕਦੋਂ ਸਹਾਇਤਾ ਕਰਦਾ ਸਾਡੀ? ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਪਵਿੱਤਰ ਆਤਮਾ ਸਾਡੀ ਸਹਾਇਤਾ ਕਰਦਾ ਹੈ। ਕਿੱਦਾਂ ਸਹਾਇਤਾ ਕਰਦਾ ਹੈ? ਕਿੱਦਾਂ ਸਹਾਇਤਾ ਕਰਦਾ ਹੈ? ਜਦੋਂ ਸਾਡੇ ਉੱਤੇ ਕਮਜ਼ੋਰੀ ਦੀ ਅਵਸਥਾ ਆਉਂਦੀ ਹੈ, ਸਾਡੀ ਸਮਝ ਬੰਦ ਹੋ ਜਾਂਦੀ ਹੈ, ਸਾਡੀ ਹਾਲਤ ਖਰਾਬ ਹੋ ਜਾਂਦੀ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਕਰੀਏ, ਪਤਾ ਹੀ ਨਹੀਂ ਲੱਗਦਾ, ਸਮਝ ਤੋਂ ਬਾਹਰ ਹੋ ਜਾਂਦਾ ਸਭ ਕੁਛ, ਦੱਬ ਜਾਂਦੇ ਆ, ਪਰ ਭਾਰ ਹੋਰ ਪੈਂਦਾ ਰਹਿੰਦਾ ਹੈ। ਉਦੋਂ ਕੀ ਕਰਦਾ ਹੈ? ਪਵਿੱਤਰ ਆਤਮਾ ਸਾਡੀ ਸਹਾਇਤਾ ਕਰਦਾ ਹੈ। ਜੀਸਸ। ਉਹ ਅਵਸਥਾ ਇਦਾਂ ਹੁੰਦੀ ਆ, ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ, ਕਿਹੜੀ ਪ੍ਰਾਰਥਨਾ ਕਰੀਏ ਇਹ ਵੀ ਨਹੀਂ ਪਤਾ ਹੁੰਦਾ। ਇਹ ਗੱਲ ਜਿਹੜੀ ਆ ਪ੍ਰਾਰਥਨਾ ਕਰਨ ਵਾਲਿਆਂ ਦੇ ਲਈ ਆ ਕਿ ਅੱਗੇ ਪਿੱਛੇ ਪ੍ਰਾਰਥਨਾ ਕਰਦਾ ਬੰਦਾ, ਪਰ ਜਦੋਂ ਉਹ ਸਮੇਂ ਆਉਂਦਾ ਤੇ ਪ੍ਰਾਰਥਨਾ ਬੰਦ ਹੋ ਜਾਂਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਹੁਣ ਕੀ ਕਹੀਏ ਤੇ ਕੀ ਨਾ ਕਹੀਏ, ਕੀ ਰੱਬ ਨੂੰ ਕਹੀਏ ਤੇ ਕੀ ਜੱਗ ਨੂੰ ਕਹੀਏ, ਪਤਾ ਨਹੀਂ ਲੱਗਦਾ। ਬੰਦੇ ਦੀ ਸਮਝ ਜਿਹੜੀ ਉਹ ਬੰਦ ਹੋ ਜਾਂਦੀ ਹੈ। ਉਸ ਵਕਤ ਪਵਿੱਤਰ ਆਤਮਾ ਆਉਂਦਾ, ਉਹ ਕੀ ਕਰਦਾ? ਸਹਾਇਤਾ ਕਰਦਾ। ਕਿੱਦਾਂ ਸਹਾਇਤਾ ਕਰਦਾ? ਇੱਥੇ ਲਿਖਿਆ, ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਆਤਮਾ ਆਪ ਅਕਥ ਹੋ ਕੇ ਭਰ ਕੇ ਕੀ ਕਰਦਾ? ਸਾਡੇ ਲਈ ਸਿਫਾਰਿਸ਼ ਕਰਦਾ। ਸਾਰੇ ਬੋਲੇ ਇਹਨੂੰ, ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਉਦੋਂ ਕਰਦਾ ਜਦੋਂ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਹੁੰਦੀ। ਕਈ ਵਾਰੀ ਰਾਤ ਨੂੰ ਆਪਾਂ ਸੁਪਨਾ ਦੇਖਦੇ ਹਾਂ ਕਿ ਮੈਂ ਪ੍ਰਾਰਥਨਾ ਕਰ ਰਿਹਾ ਸੀ ਰਾਤ ਨੂੰ, ਅਸੀਂ ਸੁੱਤੇ ਹੁੰਦੇ ਹਾਂ ਪਰ ਸੁਪਨਾ ਦੇਖਦੇ ਹਾਂ ਇੱਦਾਂ। ਕਈ ਵਾਰੀ ਸੁਪਨਾ ਤਾਂ ਨਹੀਂ ਆਉਂਦਾ ਪਰ ਇਹ ਕੰਮ ਹੋ ਰਿਹਾ ਹੁੰਦਾ ਹੈ। ਪਰਮੇਸ਼ਰ ਦਾ ਆਤਮਾ ਸਾਡੀ ਸਿਫਾਰਿਸ਼ ਕਰ ਰਿਹਾ ਹੁੰਦਾ ਹੈ। ਪਰਮੇਸ਼ਰ ਦੇ ਅੱਗੇ ਕੀ ਕਰ ਰਿਹਾ ਹੁੰਦਾ? ਕਿੱਦਾਂ ਸਿਫਾਰਿਸ਼ ਕਰ ਰਿਹਾ ਹੁੰਦਾ? ਅਕਥ ਹੋ ਕੇ ਭਰ ਕੇ। ਇੱਕ ਰੋਣਾ ਆ, ਇੱਕ ਹੌਂਕੇ ਭਰਨਾ ਹੈ।
ਰੋਣਾ ਨਾਰਮਲ ਰੋਣਾ ਹੁੰਦਾ, ਇੱਕ ਹੌਂਕੇ ਭਰ ਕੇ ਰੋਣਾ ਹੁੰਦਾ। ਹੌਂਕੇ ਭਰ ਕੇ ਰੋਣਾ ਉਹ ਅਵਸਥਾ ਹੁੰਦੀ ਜਦੋਂ ਬੰਦੇ ਦਾ ਸਾਹ ਰੁਕਣਾ ਸ਼ੁਰੂ ਹੋ ਜਾਂਦਾ ਹੈ, ਟਕੋਰਾ ਆਉਂਦਾ ਬੰਦੇ ਨੂੰ। ਇੱਦਾਂ ਰੋਣ ਦੇ ਵਿੱਚ ਅਵਸਥਾ ਉਹ ਹੁੰਦੀ ਹੈ। ਪਵਿੱਤਰ ਆਤਮਾ ਉਸ ਅਵਸਥਾ ਤੱਕ ਸਾਡੇ ਲਈ ਜਾਂਦਾ ਹੈ। ਔਰ ਯਿਸੂ ਦੇ ਬਾਰੇ ਲਿਖਿਆ, ਉਹ ਢਾਹਾਂ ਮਾਰ ਮਾਰ ਕੇ ਉਹਨੇ ਪ੍ਰਾਰਥਨਾ ਕੀਤੀ। ਔਰ ਪਵਿੱਤਰ ਆਤਮਾ ਦੇ ਬਾਰੇ ਲਿਖਿਆ ਕਿ ਉਹ ਅਕਥ ਹੌਂਕੇ ਭਰ ਭਰ ਕੇ ਪ੍ਰਾਰਥਨਾ ਕਰਦਾ। ਔਰ ਸਹਾਇਤਾ ਲੱਭਦੇ ਆ, ਸਹਾਇਤਾ ਲੱਭਦੇ ਆ। ਸਹਾਇਤਾ ਕਿੱਥੋਂ ਆ? ਪਵਿੱਤਰ ਆਤਮਾ ਤੋਂ ਆ ਸਹਾਇਤਾ। ਔਰ ਉਹ ਕਿੱਦਾਂ ਕਰਦਾ ਹੈ? ਸਭ ਤੋਂ ਵੱਡੀ ਗੱਲ ਹੈ, ਉਹ ਸਾਨੂੰ ਜਾਣਦਾ ਹੈ। ਆਮੀਨ। ਸਭ ਤੋਂ ਵੱਡੀ ਗੱਲ ਕੀ ਹੈ ਸਾਡੇ ਲਈ? ਕੌਣ ਜਾਣਦਾ ਸਾਨੂੰ? ਪਵਿੱਤਰ ਆਤਮਾ ਸਾਨੂੰ ਜਾਣਦਾ ਹੈ। ਥੋੜਾ ਜਿਹਾ ਨਹੀਂ, ਪੂਰਾ ਜਾਣਦਾ ਹੈ। ਥੋੜਾ ਜਿਹਾ ਨਹੀਂ ਜਾਣਦਾ, ਪੂਰਾ ਜਾਣਦਾ ਹੈ। ਪੂਰਾ ਜਾਣਦਾ ਹੈ। ਜਿਹੜਾ ਪੂਰਾ ਜਾਣਦਾ ਪਰਮੇਸ਼ਰ, ਉਹ ਕਿੱਦਾਂ ਦਾ ਪਰਮੇਸ਼ਰ ਹੈ? ਪਿਤਾ, ਪੁੱਤਰ, ਪਵਿੱਤਰ ਆਤਮਾ, ਤਿੰਨ ਸ਼ਬਦ ਆ। ਪਰਮੇਸ਼ਰ ਇੱਕੋ ਹੀ ਆ। ਪਿਤਾ ਦਾ ਇੱਕ ਕਰੈਕਟਰ ਆ, ਪੁੱਤਰ ਦਾ ਇੱਕ ਕਰੈਕਟਰ ਆ, ਪਵਿੱਤਰ ਆਤਮਾ ਦਾ ਇੱਕ ਕਰੈਕਟਰ ਆ। ਪਿਤਾ ਦਾ ਇੱਕ ਕੰਮ ਆ ਕਿ ਉਹਨੇ ਸਾਰੀ ਕਾਇਨਾਤ ਨੂੰ ਬਣਾਇਆ ਉਹਨੇ, ਔਰ ਉਹਦੇ ਸਮੇਂ ਦੇ ਵਿੱਚ ਦੁਨੀਆ ਵਿਗੜ ਗਈ। ਫਿਰ ਪੁੱਤਰ ਆਇਆ, ਉਹਦਾ ਕੰਮ ਕੀ ਹੋਇਆ? ਉਹਨੇ ਬਲੀ ਦੇਣੀ ਸੀ ਦੁਨੀਆ ਦੇ ਲਈ। ਉਹਨੇ ਬਲੀ ਦਿੱਤੀ ਦੁਨੀਆ ਦੇ ਲਈ, ਦੁਨੀਆ ਲਈ ਜਾਨ ਦੇ ਦਿੱਤੀ, ਦੁਨੀਆ ਦੇ ਪਾਪਾਂ ਦੇ ਲਈ ਜਾਨ ਦੇ ਦਿੱਤੀ। ਔਰ ਆਪਣਾ ਕੰਮ ਪੂਰਾ ਕਰਕੇ ਬਲੀ ਦੇ ਕੇ ਮੁਰਦਿਆਂ ਜਿੰਦਾ ਹੋ ਕੇ ਅਸਮਾਨ ਤੇ ਉਠਾਇਆ ਗਿਆ। ਪਵਿੱਤਰ ਆਤਮਾ ਆਇਆ। ਪਵਿੱਤਰ ਆਤਮਾ ਕੀ ਕਰਨ ਆਇਆ? ਪਵਿੱਤਰ ਆਤਮਾ ਆਇਆ ਸਹਾਇਤਾ ਕਰਨ। ਕੀ ਕਰਨ ਆਇਆ? ਤੇ ਸਹਾਇਤਾ ਕਿੱਦਾਂ ਕਰ ਰਿਹਾ? ਉਹ ਸਹਾਇਤਾ ਕਰ ਰਿਹਾ ਸਾਡੇ ਲਈ ਆਂਸੂ ਬਹਾ ਕੇ। ਕੇਵਲ ਆਂਸੂ ਨਹੀਂ, ਬਲਕਿ ਹੌਂਕੇ ਭਰ ਕੇ। ਕਿੱਦਾਂ ਕਰ ਰਿਹਾ? ਹੌਂਕੇ ਭਰ ਕੇ। ਪਵਿੱਤਰ ਆਤਮਾ ਇੱਕ ਟਾਈਪ ਆ। ਪਵਿੱਤਰ ਆਤਮਾ ਦੇ ਇੱਕ ਟਾਈਪ ਦਾ ਕੰਮ ਆ ਆ। ਇੱਕ ਟਾਈਪ ਦਾ ਕੰਮ ਭੂਤ ਕੱਢਣਾ, ਇੱਕ ਟਾਈਪ ਦਾ ਕੰਮ ਸ਼ੈਤਾਨ ਦਾ ਸਾਹਮਣਾ ਕਰਨਾ, ਇੱਕ ਟਾਈਪ ਦਾ ਕੰਮ ਜਿਹੜਾ ਆ ਕਿਉਂ ਕਿਹੜਾ ਕਿ ਜਦੋਂ ਇੱਕ ਵਿਅਕਤੀ ਫਸ ਜਾਂਦਾ ਹੈ, ਜਿਹਦੇ ਵਿੱਚ ਪਵਿੱਤਰ ਆਤਮਾ ਹੁੰਦਾ, ਉਹ ਫਸ ਗਿਆ ਬੰਦਾ, ਉਹ ਡਿੱਗ ਗਿਆ, ਟੁੱਟ ਗਿਆ, ਢੇਰੀ ਹੋ ਗਿਆ। ਹੁਣ ਪ੍ਰਾਰਥਨਾ ਮਨੀ ਹੁੰਦੀ, ਉਹਦੀ ਸਮਝ ਵੀ ਬੰਦ ਹੋ ਗਈ, ਪਤਾ ਨਹੀਂ ਉਹਨੂੰ ਕੀ ਕਰਨਾ। ਹੁਣ ਪਤਾ ਨਹੀਂ ਲੱਗਦਾ ਕੀ ਕਰਨਾ। ਅਸਤ ਵਿਅਸਤ ਹੋ ਗਿਆ ਸਭ ਕੁਝ, ਉਸਦਾ ਟੁੱਟ ਗਿਆ, ਚਕਨਾਚੂਰ ਹੋ ਗਿਆ। ਪਵਿੱਤਰ ਆਤਮਾ ਉਹਦੇ ਲਈ ਕੀ ਕਰਦਾ? ਵਿਚੋਲਗੀ ਦੀ ਪ੍ਰਾਰਥਨਾ ਕਰਦਾ ਆਂਸੂਆਂ ਨਾਲ ਔਰ ਅਕਥ ਹੌਂਕੇ ਭਰ ਭਰ ਕੇ। ਹਾਲੇਲੂਇਆ। ਅੱਜ ਜ਼ਮੀਨ ਦੇ ਉੱਤੇ ਇੱਦਾਂ ਆ, ਜੇ ਕਿਸੇ ਬੰਦੇ ਦੀ ਕੋਈ ਕਮੀ ਕਿਸੇ ਦੇ ਹੱਥ ਆ ਜਾਵੇ ਨਾ, ਤੇ ਬੰਦਾ ਉਹਨੂੰ ਬਲੈਕਮੇਲ ਕਰਦਾ, ਉਹਦੀ ਹਰਾਸਮੈਂਟ ਹੁੰਦੀ ਹੈ। ਪਰ ਪ੍ਰਭੂ ਦੇ ਹੱਥ ਸਾਡੀਆਂ ਸਾਰੀਆਂ ਕਮੀਆਂ, ਔਰ ਜੋ ਪ੍ਰਭੂ ਦਾ ਮੌਜੂਦਾ ਸਵਰੂਪ ਹੈ ਪਵਿੱਤਰ ਆਤਮਾ, ਉਹਦੇ ਹੱਥ ਵਿੱਚ ਸਾਡੀਆਂ ਸਾਰੀਆਂ ਕਮੀਆਂ। ਪਰ ਉਹ ਕੀ ਕਰਦਾ? ਸਾਡੀਆਂ ਕਮੀਆਂ, ਸਾਡੇ ਗੁਨਾਹਾਂ ਦੇ ਕਾਰਨ, ਸਾਡੀ ਡਿੱਗੀ ਅਵਸਥਾ ਦੇ ਕਾਰਨ, ਸਾਡੀਆਂ ਕਮਜ਼ੋਰੀਆਂ ਦੇ ਕਾਰਨ, ਸਾਡੇ ਗਿਰਾਵਟ ਦੇ ਕਾਰਨ ਉਹ ਕੀ ਕਰਦਾ? ਰੋਂਦਾ ਆ। ਸਾਡੇ ਤੇ ਇਲਜ਼ਾਮ ਨਹੀਂ ਲਾਉਂਦਾ, ਸਾਡੇ ਤੇ ਦੋਸ਼ ਨਹੀਂ, ਦੋਸ਼ ਲਾ ਕੇ ਸਾਨੂੰ ਛੱਡ ਕੇ ਚਲਾ ਨਹੀਂ ਜਾਂਦਾ, ਬਲਕਿ ਉਹ ਸਾਡੇ ਲਈ ਕੀ ਕਰਦਾ? ਸਿਫਾਰਿਸ਼ ਕਰਦਾ, ਰੋ ਕੇ ਹੌਂਕੇ ਭਰ ਕੇ ਸਿਫਾਰਿਸ਼ ਕਰਦਾ। ਆਮੀਨ, ਆਮੀਨ। ਪਵਿੱਤਰ ਆਤਮਾ ਦਾ ਇਹ ਕੰਮ ਵਿਸ਼ਵਾਸੀਆਂ ਦੇ ਵਿੱਚ ਦੀ ਹੁੰਦਾ ਹੈ। ਪਵਿੱਤਰ ਆਤਮਾ ਦਾ ਇਹ ਕੰਮ ਵਿਸ਼ਵਾਸੀਆਂ ਦੇ ਵਿੱਚ ਦੀ ਹੁੰਦਾ, ਔਰ ਹੋਣਾ ਚਾਹੀਦਾ, ਹੋਣਾ ਚਾਹੀਦਾ। ਕਲੀਸਿਆ ਦੇ ਵਿੱਚ ਅੱਜ ਇਸ ਕਿਸਮ ਦਾ ਪਵਿੱਤਰ ਆਤਮਾ ਦਾ ਕੰਮ ਬਹੁਤ ਘਟ ਗਿਆ, ਬਹੁਤ ਘਟ ਗਿਆ, ਘਟ ਗਿਆ।
ਔਰ ਇਹ ਦੁੱਖ ਆ। ਇਹ ਕੰਮ ਘਟਣਾ ਇਹ ਦੁੱਖ ਆ, ਕਿਉਂਕਿ ਇਹਦੇ ਨਾਲ ਹੀ ਤਾਂ ਆਤਮਾ ਬਚਦੀ ਹੈ। ਸਿਫਾਰਿਸ਼ ਤੋਂ ਬਿਨਾਂ ਕੋਈ ਨਹੀਂ ਬਚਦਾ। ਸਿਫਾਰਿਸ਼ ਤੋਂ ਬਿਨਾਂ ਕੋਈ ਵੀ ਬਚਦਾ, ਸਿਫਾਰਿਸ਼ ਤੋਂ ਬਿਨਾਂ ਕੋਈ ਨਹੀਂ ਬਚਦਾ, ਨਹੀਂ ਬਚਦਾ। ਜੇ ਅਸੀਂ ਬਚੇ ਹਾਂ ਜਾਂ ਬਚਣਾ ਹੈ ਤੇ ਸਿਫਾਰਿਸ਼ ਨਾਲ ਬਚਣਾ, ਪ੍ਰਭੂ ਦੀ ਸਿਫਾਰਿਸ਼ ਨਾਲ, ਪਵਿੱਤਰ ਆਤਮਾ ਦੀ ਸਿਫਾਰਿਸ਼ ਦੇ ਨਾਲ। ਜੇ ਕਿਸੇ ਹੋਰ ਨੇ ਬਚਣਾ ਤੇ ਉਹ ਪ੍ਰਭੂ ਦੀ ਆਤਮਾ ਦੀ ਸਿਫਾਰਿਸ਼ ਨਾਲ ਬਚਣਾ, ਉਹਨੇ ਪ੍ਰਭੂ ਦੀ ਸਿਫਾਰਿਸ਼ ਨਾਲ ਬਚਣਾ। ਕਿਉਂਕਿ ਜਿੱਦਣ ਕਿਆਮਤ ਆਣੀ, ਰੋਜ਼ੇ ਅਸ਼ਰ ਆਉਣਾ, ਉਦੋਂ ਪ੍ਰਭੂ ਦੇ ਅਨੁਗ੍ਰਹਿ ਦੀ ਸਾਨੂੰ ਲੋੜ ਪੈਣੀ ਸਾਰਿਆਂ ਨੂੰ। ਤੇ ਜ਼ਮੀਨ ਤੇ ਰਹਿੰਦੇ ਹੋਏ ਆਹ ਜਿਹੜੀ ਗੱਲ ਆ, ਜਿਹੜੀ ਰੋਮੀਆਂ 8:26 ਵਿੱਚ ਆ, ਇਹ ਸਾਰਿਆਂ ਨੂੰ ਲੋੜ ਆ, ਇਹਦੀ ਸਾਰਿਆਂ ਨੂੰ ਇਹਦੀ ਲੋੜ ਹੈਗੀ ਕਿ ਨਹੀਂ? ਕਮੀਆਂ ਹੈਗੀਆਂ, ਸਭ ਪ੍ਰਕਾਰ ਦੀਆਂ ਕਮੀਆਂ ਹੈਗੀਆਂ, ਬਹੁਤ ਪ੍ਰਕਾਰ ਦੀਆਂ ਕਮੀਆਂ ਹੈਗੀਆਂ। ਉਹ ਸਾਰੇ ਪ੍ਰਕਾਰ ਦੀਆਂ ਕਮੀਆਂ ਤੋਂ ਉੱਪਰ ਉੱਠਣ ਦੇ ਲਈ ਪਵਿੱਤਰ ਆਤਮਾ ਦੀ ਸਹਾਇਤਾ ਚਾਹੀਦੀ ਹੈ। ਕੀ ਚਾਹੀਦੀ ਹੈ? ਸਹਾਇਤਾ। ਸਹਾਇਤਾ ਵੀ ਇੱਦਾਂ ਚਾਹੀਦੀ ਆ ਕਿ ਉਹ ਸਾਡੀ ਸਿਫਾਰਿਸ਼ ਕਰੇ, ਜਿੱਦਾਂ ਉਹ ਕਰਦਾ ਉੱਦਾਂ, ਆਂਸੂਆਂ ਨਾਲ ਅਕਥ ਹੋ ਕੇ ਭਰ ਭਰ ਕੇ ਸਾਡੀ ਸਿਫਾਰਿਸ਼ ਕਰੇ। ਅਸੀਂ ਜਿਹੜੇ ਬੰਦੇ ਆ ਨਾ, ਸਾਡੇ ਵਿੱਚ ਇੱਕ ਸੁਭਾਅ, ਮੈਨੂੰ ਤਾਂ ਆਪਣੇ ਸੁਭਾਅ ਦਾ ਪਤਾ, ਤੁਹਾਡੇ ਸੁਭਾਅ ਦਾ ਤੁਹਾਨੂੰ ਪਤਾ ਹੋਊਗਾ। ਮੈਂ ਜਦੋਂ ਸੁਰ ਸੰਭਾਲੀ, ਮੈਂ ਕ੍ਰੋਧੀ ਸੀ, ਵਿਵਾਦੀ ਸੀ, ਔਰ ਬਦਲਾ ਲੈਣ ਦਾ ਆਤਮਾ ਸੀ ਮੇਰੇ ਵਿੱਚ। ਮੈਂ ਸਾਰੀਆਂ ਗੱਲਾਂ ਤੇ ਚੱਲਦਾ ਸੀਗਾ। ਖੁਦਾ ਬਚਾਉਂਦਾ ਰਿਹਾ, ਵੱਖਰੀ ਗੱਲ ਆ, ਪਰ ਆਪਣੇ ਵੱਲੋਂ ਬਦਲਾ ਲੈਣ ਤੋਂ ਢਿੱਲ ਨਹੀਂ ਕੀਤੀ। ਮੈਨੂੰ ਖੁਦਾ ਨੇ ਉਹ ਗੱਲ ਯਾਦ ਕਰਾਈ ਕਿ ਤੂੰ ਕਿੱਦਾਂ ਦਾ ਸੀਗਾ, ਤੂੰ ਬਦਲੇ ਲੈਂਦਾ ਸੀ, ਤੂੰ ਬਦਲੇ ਲੈਣ ਦੀ ਕੋਸ਼ਿਸ਼ ਕੀਤੀ, ਮੈਂ ਤੈਨੂੰ ਰੋਕਿਆ, ਪਰ ਤੂੰ ਇੱਦਾਂ ਦਾ ਨਹੀਂ ਸੀਗਾ ਕਿ ਬਦਲਾ ਨਾ ਲੈਂਦਾ। ਜਿਹੜੀ ਪ੍ਰਾਰਥਨਾ ਯਿਸੂ ਮਸੀਹ ਕਰੂਸ ਦੇ ਉੱਤੇ ਕਰ ਰਹੇ ਆ, ਹੇ ਪਿਤਾ ਇਹਨਾਂ ਨੂੰ ਮਾਫ ਕਰੀ, ਇਹ ਨਹੀਂ ਜਾਣਦੇ ਕੀ ਕਰਦੇ ਆ। ਜਿਹੜੀ ਪ੍ਰਾਰਥਨਾ ਇਸਤੀਫਾਨ ਕਰ ਰਿਹਾ, ਜਦੋਂ ਬੱਟੇ ਮਾਰ ਮਾਰ ਕੇ ਉਹਨੂੰ ਮਾਰ ਰਹੇ ਆ ਔਰ ਉਹ ਮਰ ਰਿਹਾ, ਆਖਰੀ ਸਮੇਂ ਉਹਨੇ ਇਹ ਗੱਲ ਕਹੀ, ਹੇ ਪਿਤਾ ਇਹ ਪਾਪ ਇਹਨਾਂ ਦੇ ਜ਼ਿੰਮੇ ਨਾ ਲਾਈ। ਇਹ ਇੱਕ ਆਤਮਾ ਹੈ, ਇਹ ਆਤਮਾ ਦਾ ਇੱਕ ਕੰਮ ਹੈ ਜਿਹੜਾ ਯਿਸੂ ਵਿੱਚੋਂ ਹੋ ਰਿਹਾ ਸੀ, ਔਰ ਜਿਹੜਾ ਇੱਕ ਦਿਨ ਇਸਤੀਫਾਨ ਵਿੱਚੋਂ ਵੀ ਹੋਇਆ। ਕੀ ਸਾਡੇ ਵਿੱਚੋਂ ਹੋ ਰਿਹਾ? ਕੀ ਸਾਡੇ ਵਿੱਚੋਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਅਸੀਂ ਇੱਕਦਮ ਸ਼ਰਾਬ ਤੇ ਆ ਜਾਂਦੇ ਹਾਂ, ਹੈਗੇ ਅਸੀਂ ਆਤਮਾ ਪਾਏ ਹੋਏ ਲੋਕ ਕਹਿੰਦੇ ਆਪਣੇ ਆਪ ਨੂੰ। ਇਹਦਾ ਮਤਲਬ ਕੀ? ਇਹਦਾ ਮਤਲਬ ਆਤਮਾ ਹੈਗਾ, ਪਰ ਆਤਮਾ ਦੇ ਹੋਰ ਵਰਦਾਨ ਸਾਡੇ ਕੋਲ ਹੈਗੇ ਆ, ਪਰ ਆਹ ਹੈ ਨਹੀਂ, ਆਹ ਵਿਸ਼ੇਸ਼ਤਾ ਹੈ ਨਹੀਂ। ਜਿਹੜੀ ਵਿਸ਼ੇਸ਼ਤਾ ਇੱਕ ਮਰ ਰਹੇ ਬੰਦੇ ਦੇ ਲਈ ਵੀ ਕਹਿੰਦੀ ਹੈ ਕਿ ਪ੍ਰਭੂ ਇਹਨੂੰ ਮਾਫ ਕਰ ਦੇ, ਇਹਨੇ ਮੇਰੇ ਖਿਲਾਫ ਪਾਪ ਕੀਤਾ ਸੀ, ਮੈਂ ਨਹੀਂ ਇਹਦਾ ਨਿਆਂ ਚਾਹੁੰਦਾ, ਇਹ ਤੇ ਦਇਆ ਕਰ ਦੇ। ਇੱਕ ਆਤਮਾ ਜੁਨਾਹ ਦੇ ਵਿੱਚ ਵੀ ਆ, ਜਿਹੜੀ ਉਹਦੇ ਨਾਲ ਲੜ ਰਹੀ ਆ ਪਰਮੇਸ਼ਰ ਨਾਲ ਕਿ ਤੂੰ ਇਹ ਕਿਉਂ ਨਹੀਂ ਮਾਰਦਾ, ਨੀਨਵਾ ਨੂੰ ਕਿਉਂ ਨਹੀਂ ਖਤਮ ਕਰਦਾ, ਇੱਕ ਉਹਦੇ ਵਿੱਚ ਵੀ ਆਤਮਾ ਹੈ। ਪਰ ਇੱਕ ਆਤਮਾ ਯਿਸੂ ਵਿੱਚ ਆ, ਉਹੀ ਆਤਮਾ ਕਲੀਸਿਆ ਵਿੱਚ ਆ। ਜੇ ਯਿਸੂ ਸਿਫਾਰਿਸ਼ ਨਾ ਕਰਦਾ ਦੁਨੀਆ ਦੀ, ਇਜ਼ਰਾਈਲ ਨਾ ਬਚਦਾ ਤੇ ਪਰਾਈਆਂ ਕੌਮਾਂ ਨਾ ਬਚਦੀਆਂ। ਸਿਫਾਰਿਸ਼ ਕੀਤੀ ਉਹਨੇ, ਔਰ ਅੱਜ ਪ੍ਰਭੂ ਕਹਿੰਦਾ ਜਿਹਦੇ ਪਾਪ ਤੁਸੀਂ ਕਾਇਮ ਰੱਖੋਗੇ ਉਹਦੇ ਕਾਇਮ ਰਹਿਣਗੇ, ਜਿਹਦੇ ਮਾਫ ਕਰ ਦੂੰਗੇ ਉਹਦੇ। ਇਹਦਾ ਮਤਲਬ ਕੀ ਹੈ? ਤਾਂ ਮਤਲਬ ਕਿਸੇ ਨੇ ਮੇਰੇ ਖਿਲਾਫ ਪਾਪ ਕੀਤਾ, ਜੇ ਮੈਂ ਉਹਨੂੰ ਮਾਫ ਨਾ ਕੀਤਾ, ਉਹਨੂੰ ਮਾਫ ਨਹੀਂ ਕਰਨਾ ਖੁਦਾ ਨੇ। ਇਹਦਾ ਮਤਲਬ ਮੇਰੀ ਡਿਊਟੀ ਕੀ ਬਣਦੀ ਹੈ? ਮੇਰੀ ਡਿਊਟੀ ਬਣਦੀ ਕਿ ਮੈਂ ਉਹਨੂੰ ਕੀ ਕਰਾਂ? ਮਾਫ ਕਰਾਂ। ਤੇ ਖੁਦਾ ਨੂੰ ਕਹਾਂ ਖੁਦਾ ਇਹਨੂੰ ਮਾਫ ਕਰ ਦੇ। ਇੱਕ ਪਾਪ ਬੰਦਾ ਪਰਮੇਸ਼ਰ ਦੇ ਖਿਲਾਫ ਕਰਦਾ, ਇੱਕ ਪਾਪ ਬੰਦਾ ਬੰਦੇ ਦੇ ਖਿਲਾਫ ਕਰਦਾ। ਸੰਬੰਧਿਤ ਵਿਅਕਤੀ ਦੇ ਖਿਲਾਫ ਪਾਪ ਕੀਤਾ, ਸੰਬੰਧਿਤ ਵਿਅਕਤੀ ਕਵੇ ਕਿ ਪ੍ਰਭੂ ਮੇਰੇ ਖਿਲਾਫ ਪਾਪ ਕੀਤਾ। ਇਸਤੀਫਾਨ ਕਿਉਂ ਕਹਿ ਰਿਹਾ ਪਾਪ ਇਹਨਾਂ ਜਿਵੇਂ ਨਾ ਲਾਈ? ਕਿਉਂਕਿ ਇਸਤੀਫਾਨ ਦੇ ਖਿਲਾਫ ਪਾਪ ਕੀਤਾ, ਇਸਤੀਫਾਨ ਨੂੰ ਮਾਰ ਰਹੇ ਹੋ, ਇਸ ਕਰਕੇ ਇਸਤੀਫਾਨ ਹੱਕ ਰੱਖਦਾ ਹੈ ਉਹ ਮਾਫ ਕਰਨ ਦਾ। ਇਸ ਕਰਕੇ ਇਸਤੀਫਾਨ ਕਹਿੰਦਾ ਹੇ ਪਿਤਾ ਇਹਨਾਂ ਦਾ ਪਾਪ ਇਹਨਾਂ ਦੇ ਜਿੰਮੇ ਨਾ, ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਜਿੰਮੇ ਨਾ ਲਾਈ। ਅੱਜ ਜਿਹੜੀ ਗੱਲ ਆ, ਅੱਜ ਪ੍ਰਭੂ ਨੇ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਪਾਪ ਕਾਇਮ ਰੱਖਦੇ ਆ ਜਾਂ ਮਾਫ ਕਰਦੇ ਆ। ਅਗਰ ਠੀਕ ਤੁਹਾਡੇ ਵਿੱਚ ਇਹ ਵਾਲਾ ਵਰਦਾਨ ਹੋਊਗਾ, ਇਹ ਵਾਲਾ ਪਵਿੱਤਰ ਆਤਮਾ ਹੋਊਗਾ, ਇਸ ਕਿਸਮ ਦਾ ਕੰਮ ਹੋਊਗਾ ਤੁਹਾਡੇ ਵਿੱਚ, ਤੇ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਪ੍ਰਭੂ ਮੈਂ ਉਹਨੂੰ ਮਾਫ ਕਰਤਾ, ਤੁਮ ਵੀ ਉਹਨੂੰ ਕੀ ਕਰਦੇ? ਮਾਫ ਕਰਦੇ।
खुदा ने माफ़ करना कि नहीं करना, ये खुदा की मर्जी है। आमीन। खुदा ने माफ़ करना कि नहीं करना, ये खुदा की, पर तुसी माफ़ कर दो। जिस बंदे ने एक समय साढ़े खिलाफ पाप किया सी, मैं इदा हो गया सीगा कि मैं उन्होंने छड्डना नहीं, मारना। बहुत दिन मैं वो मगर पिया रहा, पर नहीं, वो गायब करता वो घरदिਆਂ ने बंदा। पर कुछ समय बाद मैनू खुदा ने इदा का बनाता भी, इदा साफ ही करता इदा, पर भुल ही गई वो गल ही भुल गई। इदा खुदा ने इदा बाद सेवा लिए चुन लिया, इधर चल गए। कुछ समय बाद इदा बंदा वो मेरे सामने आ रहा सी। इदा मैं जो देखा तो मैं उन्होंने कहा, मेरा हालांकि साडा झगड़ा सीगा, बुलाना चलाना बंद होया सीगा। मैं उन्होंने पूछा, मैं कहा तैनू की होया? बुलाना चलाना बंद सी, पर अंदर खुदा ने बदल दिता है सिस्टम। हुण मैं कहा तैनू की होया? कहंदा भाजी मैं बीमार आ। ये जिहड़ी गल है, ये परमेश्वर का मतलब, परमेश्वर की गल है, उन्हें की करना उहदे नाल। असीं क्लीयर हो जाइए इस गल च कि परमेश्वर मैं नहीं इहदी मौत चाहुंदा, मैं इहदी जिंदगी चाहुंदा। आमीन। फिर असीं इस गल नूं मन्नांगे कि हाँ साडे च पवित्र आत्मा सही है, ओके है। और खुदा ने कहा तू तो उदां दा ही सीगा बदला लैण वाला, पर मैं तैनूं बचाया, पर मैं ही तेरे चों आत्मा पाया। ते अज प्रभु दे बच्चों, जदों खुदा साडे च ये आत्मा पाउंदा है, फिर असीं जरूर आंसूआं नाल, हौंकियां नाल दूसरे लिए विचोलगी दी प्रार्थना करांगे। दूसरे लिए आंसूआं नाल ते हौंकियां नाल विचोलगी दी प्रार्थना करांगे, चाहे वह साडा सताउण वाला ही होवे, सानूं सताउण वाला ही होवे, चाहे विरोधी हो। इस तो ज़्यादा भगतां लई तां किन्नियां होर करांगे, प्रभु के बच्चों ने तो किन्नियां होर करांगे। डॉक्टर DGS दिनाकरण कहंदा, एक दिन उन्होंने इदां की गंभीर बीमारी लग चुकी सी कि वह मरन वाला सी, मृत्यु शैया उत्ते सी। एक दिन उन्हें गवाही दी अपनी, जो प्रभु ने उत्ते अनुग्रह करता, सैट करता, ठीक करता। एक दिन उहदे कोल एक बजुर्ग व्यक्ति आया, वह प्रभु का दास सी। वह आंसूआं नाल प्रार्थना कर रहा सी। वह कहंदा सी, प्रभु मैं बजुर्ग हो गया, मेरे तो हुण तेरी सेवा नहीं होंदी, ये तेरा बंदा अजे अध खड़िया, तू ना इनू चंगा कर दे, मैनू लै जा इहदी जगह ते। कहता मैनू ले जा, इनू ये तेरी सेवा करदा प्रभु, जिन्नी ये तेरी सेवा करदा उन्नी मैं नहीं कर सकता। क्यों इदा होया? क्योंकि उहदे विच ओह आत्मा सी, उहदे विच ये आत्मा सी, उहदे विच आत्मा सी। और खुद भी वह व्यक्ति डॉक्टर DGS दिनाकरण इदां दा ही सीगा कि लोकां लई आंसूआं नाल प्रार्थना करन वाला बंदा सीगा, लोकां लई आंसूआं नाल प्रार्थना करन वाला बंदा सीगा। अज गल की है? गल यह है कि पवित्र आत्मा अभी आ, जिहड़ा आंसूआं नाल, हंझूआं नाल ते हौंकियां नाल प्रार्थना करदा है। किसी दी जुबान दा इस्तेमाल करूगा वो कि नहीं? कौन अपनी जुबान उन्होंने दऊगा? कौन अपनी अखां उन्होंने दऊगा कि मैं ठीक है आंसू बहाने के लिए तैयार हाँ? कौन अपना दिल उन्होंने दऊगा कि ठीक है मैं तरस नाल भर के लोगों के रोने के लिए तैयार हाँ? कौन दऊगा उन्होंने? जिहड़ा दऊगा ਉਹਦੇ ਵਿੱਚੋਂ ही वो इदा करेगा। और जिहड़ा इदा करेगा वो केवल एक नूं नहीं जितेगा, वो कौमां नूं जितेगा। विलियम बूथ ने जो साल्वेशन आर्मी बनाई, उन्हें एक देश दे विच अपने कुछ लोगों को भेजा सुसमाचार सुनाउण लई। वो सुसमाचार, वो देश बंजर सीगा, उत्थे कोई सुसमाचार नहीं सी। उत्थे खुशखबरी सुना रहे सी, कई देर लगे रहे, कुछ नहीं उत्थे होया। उन्हें अपने अगुए नूं पत्र लिखा, कहंदे असीं काफ़ी देर तो इत्थे कोशिश विच लगे हुए हैं, पर इत्थे कोई आत्मा नहीं बच रही। उन्हें उन्होंने उदां दा उत्तर लिखते हुए पत्र विच कहा कि तुसीं ये करो, पर एंड दे विच उन्हें
ਇੱਕ ਵੱਖਰੇ ਸ਼ਬਦ ਲਿਖੇ, ਟਰਾਈ ਵਿਦ ਟੀਅਰਸ। ਉਹਨੇ ਲਿਖਿਆ ਹੰਝੂਆਂ ਨਾਲ ਕੋਸ਼ਿਸ਼ ਕਰੋ। ਆਖਰ ਦੇ ਵਿੱਚ ਉਹਨੇ ਲਿਖਿਆ ਹੰਝੂਆਂ ਨਾਲ ਕੋਸ਼ਿਸ਼ ਕਰੋ। ਜਦੋਂ ਉਹਨੇ ਕਿਹਾ ਹੰਝੂਆਂ ਨਾਲ ਕੋਸ਼ਿਸ਼ ਕਰੋ, ਤੇ ਉਹ ਪ੍ਰਭੂ ਦੇ ਬੰਦਿਆਂ ਨੇ ਉਸ ਮੁਲਕ ਲਈ ਹੰਝੂਆਂ ਨਾਲ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਉਹ ਸਾਰਾ ਮੁਲਕ ਕ੍ਰਿਸਚਨ ਆ। ਕਿਉਂ? ਕਿਉਂਕਿ ਉਸ ਮੁਲਕ ਲਈ ਆਂਸੂ ਬਹਾਏ ਗਏ। ਪ੍ਰਭੂ ਕਹਿੰਦਾ ਤੁਹਾਡੇ ਹੰਝੂ ਮੈਂ ਕੁੱਪੀ ਵਿੱਚ ਜਮ੍ਹਾਂ ਰੱਖਦਾ ਹਾਂ, ਲੇਖਾ ਕਰਦਾ ਤੁਹਾਡੇ ਹੰਝੂਆਂ ਦਾ। ਬਹਾਓ ਤਾਂ ਸਹੀ, ਰਿਜ਼ਲਟ ਆਊਗਾ। ਆਉਂਦੇ ਹੀ ਨਹੀਂ। ਨਿੰਦਾ ਕਰਨ ਦੇ ਲਈ, ਵਿਰੋਧ ਕਰਨ ਦੇ ਲਈ ਜ਼ੁਬਾਨ ਬਥੇਰੀ ਖੁੱਲਦੀ ਹੈ, ਪਰ ਕਿਸੇ ਦੀ ਸਿਫਾਰਿਸ਼ ਕਰਨ ਲਈ ਨਹੀਂ ਖੁੱਲਦੀ। ਵਿਰੋਧ ਕਰਨ ਲਈ ਖੁੱਲਦੀ, ਕਿਸੇ ਲਈ ਇਹ ਕਹਿਣ ਲਈ ਖੁੱਲਦੀ ਇਹਦਾ ਨਿਆਂ ਹੋ ਜਾਵੇ, ਪਰ ਇਹ ਕਹਿਣ ਲਈ ਨਹੀਂ ਖੁੱਲਦੀ ਪ੍ਰਭੂ ਇਹ ਵੀ ਤੇਰੀ ਬਣਾਈ ਹੋਈ ਜ਼ਿੰਦਗੀ ਹੈ, ਜਿੱਦਾਂ ਮੈਂ ਵੀ ਤੇਰੀ ਬਣਾਈ ਜ਼ਿੰਦਗੀ, ਜਿੱਦਾਂ ਮੇਰੀ ਜ਼ਿੰਦਗੀ ਪਿਆਰੀ ਤੈਨੂੰ ਇਹਦੀ ਜ਼ਿੰਦਗੀ ਵੀ ਤਾਂ ਇੱਦਾਂ ਹੀ। ਪਵਿੱਤਰ ਆਤਮਾ ਪਾਏ ਹੋਏ ਲੋਕਾਂ ਦੇ ਵਿੱਚ ਇਹ ਚੀਜ਼ ਹੋਣੀ ਜ਼ਰੂਰੀ ਹੈ ਜੋ ਇੱਥੇ ਪਾਇਆ ਜਾ ਰਿਹਾ। ਔਰ ਇਹ ਜਿਹੜੀ ਗੱਲ ਆ ਇਹ ਇੱਦਾਂ ਹੀ ਆ ਕਿ ਉਹ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ, ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਵੀ ਆਤਮਾ ਦੀ ਮਨਸ਼ਾ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਅੱਜ ਧੋਣ ਵਾਲਿਆਂ ਲਈ ਪ੍ਰਾਰਥਨਾ ਅਸੀਂ ਆਪਣੇ ਦਿਲ ਦਿਮਾਗ ਤੋਂ, ਆਪਣੇ ਤਰੀਕੇ ਨਾਲ, ਆਪਣੇ ਆਪ ਤੋਂ ਨਹੀਂ ਕਰ ਸਕਦੇ। ਅਸੀਂ ਨਹੀਂ ਕਰ ਸਕਦੇ। ਜੇਕਰ ਅਸੀਂ ਉਹਨਾਂ ਲਈ ਠੀਕ ਪ੍ਰਾਰਥਨਾ ਕਰ ਸਕਦੇ ਹਾਂ, ਸਿਰਫ ਪਵਿੱਤਰ ਆਤਮਾ ਤੋਂ ਕਰ ਸਕਦੇ ਹਾਂ। ਅਸੀਂ ਆਪਣੇ ਆਪ ਤੋਂ ਕਰ ਹੀ ਨਹੀਂ ਸਕਦੇ। ਇਸ ਲਈ ਪ੍ਰਭੂ ਨੇ ਇਸ ਗੱਲ ਨੂੰ ਇੱਦਾਂ ਸਮਝਾਇਆ ਕਿ ਮੈਂ ਪਵਿੱਤਰ ਆਤਮਾ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਜਾਣਦੇ ਹੋਏ ਤੁਹਾਡੀ ਸਪੋਰਟ ਕਰਦਾ, ਤੁਹਾਡੀ ਸਿਫਾਰਿਸ਼ ਕਰਦਾ। ਆਮੀਨ। ਇੱਦਾਂ ਹੈ ਕਿ ਹੋਰ ਕੁਛ ਆ? ਹਾਂਜੀ, ਇੱਦਾਂ ਹੀ ਆ ਨਾ। ਕਈ ਕਮਜ਼ੋਰੀਆਂ ਸਾਨੂੰ ਆਪਣੀ ਆਪ ਵੀ ਨਹੀਂ ਪਤਾ। ਜਿਹੜੀ ਸਹੀ ਗੱਲ ਇਹ ਆ, ਅਸੀਂ ਆਪਣੀਆਂ ਕਮੀਆਂ ਨੂੰ ਆਪਣੀਆਂ ਖੂਬੀਆਂ ਕਈ ਵਾਰੀ ਸਮਝ ਕੇ ਬੈਠੇ ਹੁੰਦੇ ਆ, ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਗਲਤੀਆਂ ਬੇਮੁਹਾਰੇ ਕਰ ਰਹੇ ਹੁੰਦੇ ਆ, ਬਿਨਾਂ ਪਿੱਛਾ ਦੇਖੇ ਅੱਗੇ ਦੌੜ ਰਹੇ ਹੁੰਦੇ ਆ, ਪਰ ਪ੍ਰਭੂ ਦਾ ਆਤਮਾ ਸਾਡੀ ਸਿਫਾਰਿਸ਼ ਕਰ ਰਿਹਾ ਹੁੰਦਾ ਹੈ। ਇਸ ਲਈ ਪ੍ਰਭੂ ਦੇ ਆਤਮਾ ਨੇ ਗੱਲ ਸਪਸ਼ਟ ਰੂਪ ਵਿੱਚ ਪ੍ਰਗਟ ਕੀਤੀ ਕਿ ਮੈਂ ਤੁਹਾਡੇ ਵਰਗਾ ਨਹੀਂ ਹੈਗਾ। ਉਹਨੇ ਮੈਨੂੰ ਕਿਹਾ ਮੈਂ ਤੇਰੇ ਵਰਗਾ ਨਹੀਂ ਹੈਗਾ। ਤੂੰ ਤਾਂ ਉਦਾਂ ਦਾ ਸੀਗਾ, ਬਦਲੇ ਲੈਣ ਵਾਲਾ ਬੰਦਾ, ਕਰੋਧੀ ਸਿਰੇ ਦਾ, ਗਲਤ ਬੰਦਾ ਸੀ ਤੂੰ। ਪਰ ਪ੍ਰਭੂ ਦਾ ਆਤਮਾ ਕਹਿੰਦਾ ਮੈਂ ਇਦਾਂ ਦਾ ਨਹੀਂ, ਮੈਂ ਤੈਨੂੰ ਆਪਣੇ ਵਰਗਾ ਬਣਾਉਣਾ। ਤੇ ਅੱਜ ਗੱਲ ਇਹ ਆ, ਯਿਸੂ ਦੇ ਨਾਮ ਦੇ ਵਿੱਚ ਇਸ ਗੱਲ ਲਈ ਜਾਗਰਤ ਹੋਈਏ, ਇਸ ਗੱਲ ਲਈ ਜਿੰਦਾ ਹੋਈਏ ਕਿ ਆਹ ਕੰਮ ਕਰਨਾ ਪ੍ਰਭੂ ਦਾ ਆਤਮਾ ਸਾਡੇ ਵਿੱਚ ਦੀ ਇਹ ਕੰਮ ਕਰੇ। ਆਮੀਨ। ਪ੍ਰਭੂ ਦਾ ਆਤਮਾ ਸਾਡੇ ਵਿੱਚ ਦੀ ਇਹ ਕੰਮ ਕਰੇ, ਸਿਫਾਰਿਸ਼ ਕਰਨ ਵਾਲਾ, ਵਿਚੋਲਗੀ ਦੀ ਪ੍ਰਾਰਥਨਾ ਕਰਨ ਵਾਲਾ ਕੰਮ। ਅਗਰ ਤੁਸੀਂ ਇਸ ਗੱਲ ਨੂੰ ਸਮਝੋਗੇ, ਇਸ ਗੱਲ ਨੂੰ ਗ੍ਰਹਿਣ ਕਰੋਗੇ, ਕੌਮਾਂ ਜਿੱਤੀਆਂ ਜਾਣਗੀਆਂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਛੋਟਾ ਜਿਹਾ ਨਾ ਦਰਸ਼ਨ ਲੈ ਕੇ ਚੱਲੋਗੇ ਤੁਸੀਂ, ਵੱਡਾ ਦਰਸ਼ਨ ਹੋਊਗਾ। ਤੁਸੀਂ ਦੇਖੋਗੇ ਯਿਸੂ ਦੇ ਸਾਮਰਥੀ ਨਾਮ ਵਿੱਚ ਸਭ ਕੁਝ ਸਹੀ ਹੋ ਗਿਆ। ਆਓ ਸਾਰੇ ਇਸ ਗੱਲ ਦੇ ਲਈ ਪ੍ਰਾਰਥਨਾ ਕਰੀਏ। ਸਾਮਰਥੀ 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 ਪ੍ਰਭੂ, ਅਸੀਂ ਮੰਨਦੇ ਹਾਂ ਕਿ ਸਾਡਾ ਸਭ ਕੁਝ ਸਾਡੇ ਵਿੱਚ ਠੀਕ ਨਹੀਂ, ਸਭ ਕੁਝ ਠੀਕ ਨਹੀਂ ਪ੍ਰਭੂ, ਬਹੁਤ ਕੁਝ ਗਲਤ ਹੈ ਸਾਡੇ ਵਿੱਚ। ਪਰ ਤੂੰ ਸਾਡੀਆਂ ਗਲਤੀਆਂ ਨੂੰ ਦੇਖ ਕੇ ਵੀ ਸਾਨੂੰ ਛੱਡ ਕੇ ਨਹੀਂ ਗਿਆ, ਤੂੰ ਸਾਨੂੰ ਫੜ ਕੇ ਰੱਖਿਆ ਪ੍ਰਭੂ। ਅੱਜ ਅਸੀਂ ਆਪਣੇ ਭੈਣ ਭਾਈਆਂ ਲਈ ਪ੍ਰਾਰਥਨਾ ਕਰਦੇ ਜਿਹੜੇ ਗਲਤੀ ਦੇ ਵਿੱਚ, ਉਹਨਾਂ ਨੂੰ ਛੱਡੀ ਨਾ ਪ੍ਰਭੂ, ਉਹਨਾਂ ਨੂੰ ਛੱਡੀ ਨਾ, ਉਹਨਾਂ ਨੂੰ ਛੱਡੀ ਨਾ ਪ੍ਰਭੂ, ਛੱਡੀ ਨਾ। ਜੇ ਤੂੰ ਛੱਡਤਾ ਪ੍ਰਭੂ ਫਿਰ ਕਿਸੇ ਨੇ ਨਹੀਂ ਫੜਨਾ ਪ੍ਰਭੂ। ਜੇ ਤੂੰ ਹੀ ਛੱਡਤਾ ਫਿਰ ਕਿਸੇ ਨੇ ਨਹੀਂ ਫੜਨਾ, ਫਿਰ ਕਿਸੇ ਨੇ ਨਹੀਂ ਫੜਨਾ। ਇੱਕੋ ਹੀ ਤਾਂ ਤੂੰ ਹੈਗਾ ਜਿਹੜਾ ਫੜਦਾ ਆ, ਜਿਹੜਾ ਡੁੱਬਣ ਲੱਗਿਆ ਦੀ ਬਾਹ ਫੜ ਲੈਂਦਾ।
ਇੱਕੋ ਹੀ ਤਾਂ ਤੂੰ ਹੈਗਾ, ਜੇ ਤੂੰ ਹੀ ਛੱਡਦਾ ਫੇਰ ਨਹੀਂ ਕਿਸੇ ਨੇ ਬਣਨਾ ਪ੍ਰਭੂ। ਛੱਡੀ ਨਾ, ਔਰ ਕੋਈ ਨਾਸ਼ ਨਾ ਹੋਵੇ, ਕੋਈ ਨਾਸ਼ ਨਾ ਹੋਵੇ, ਕੋਈ ਨਾਸ਼ ਨਾ ਹੋਵੇ, ਕਿਸੇ ਦਾ ਵੀ ਨਾਸ਼ ਨਾ ਹੋਵੇ ਪ੍ਰਭੂ, ਕਿਸੇ ਦਾ ਵੀ ਨਾਸ਼ ਨਾ ਹੋਵੇ। हाँ प्रभु, किसी का भी नाश ना होवे, सब बचाए जान। असी अपने सताउण वालियां लई प्रार्थना करते हैं जिन्होंने साडे बारे भुलेखा आया, वो कहते पैसे लैके मसीह बन गए है, ये लालची बंदे है, बिकाऊ आ। प्रभु असीं उन्हां लई प्रार्थना करते हैं, उन्होंने समझ आ जाए, वो इस प्यार नूं देख लैण, चख लैण। उन्होंने भी प्यार दे दे प्रभु, उन्हें विच भी प्यार पा दे प्रभु, उन्हें विच भी तेरा तरस हृदय पा दे प्रभु। जिदा तू सानू बदलिया प्रभु, आई कमंडी अंकारी बदला लैण वाले, ओ प्रभु गलत बंदे सीगे, तू सानू चेंज कीता प्रभु। सारे बदल दे प्रभु, बदल दे, बदल दे प्रभु, चेंज कर। हाँ हाँ, यस यस माय लॉर्ड जीसस, चेंज कर दे। और प्रभु ये आत्मा सारे दे कि असीं विचोलगी की प्रार्थना करने वाली आत्मा नाल भर जाइए, असीं विचोलगी की प्रार्थना करने वाली आत्मा नाल भर जाइए, विचोलगी की प्रार्थना करने वाली आत्मा नाल भर दे प्रभु सब नूं। यस 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 यस, हाँ प्रभु सब विचोलगी की प्रार्थना करने वाली आत्मा नाल भर, सब विचोलगी की प्रार्थना करने वाली आत्मा नाल भर जाइए। असीं मरियां वाले, सुत्तियां होया ले, डिग्गिया होया ले, कमजोरां ले, मजबूरां ले, मजलूमां ले विचोलगी दी प्रार्थना कर सकिए प्रभु। ऐसी योग्यता दे, ऐसा आत्मा दे प्रभु। ए रोमियो 8:26-27 वाला आत्मा सारे काम करे परमेश्वर। ए रोमियो 8:26-27 वाला आत्मा सारे काम करे परमेश्वर। ए रोमियो 8:26-27 वाला आत्मा सारे काम करे परमेश्वर। 100% काम करे, हालेलुया, 100% काम करे, हालेलुया। यीशु मसीह नासरी दे जिंदा नाम में, यीशु मसीह नासरी के नाम में, यीशु मसीह नासरी के नाम में। थैंक यू लॉर्ड, 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 थैंक यू लॉर्ड।